ਹਾਲੇਲੂਇਆ। ਕਿਹੜੀ ਗੱਲ ਰੈਡੀ ਆ ਉਹਦੇ ਵਰਡ ਦੇ ਲਈ। ਥੈਂਕ ਯੂ ਜੀਸਸ। ਕਹੀਏ ਪਰਮੇਸ਼ਵਰ ਭਲਾ ਪਰਮੇਸ਼ਵਰ ਆ। ਹਾਲੇਲੂਇਆ। ਇਹ ਉਸ ਪਰਮੇਸ਼ਵਰ ਦਾ ਅਨੁਗ੍ਰਹਿ ਵਾ। ਇੱਕ ਵਾਰੀ ਫਿਰ ਤਾਂ ਉਹਦੀ ਪ੍ਰੈਜ਼ੈਂਸ ਦੇ ਵਿੱਚ ਆ, ਉਹਦੀ ਹਜ਼ੂਰੀ ਦੇ ਵਿੱਚ ਆ। ਮੇਰੇ ਨਾਲ ਮਿਲ ਕੇ ਕੱਢੀਏ ਮਰਕੁਸ ਦੀ ਅੰਜੀਲ, ਮਾਰਕੋ ਕਪੀਤੁਲੋ 1। ਮਰਕੁਸ ਦੀ ਅੰਜੀਲ ਦਾ 1 ਅਧਿਆਇ, ਪਹਿਲਾ ਚੈਪਟਰ ਜਿਹੜਾ, ਉਹਦੀ ਮੈਂ 9 ਤੋਂ ਪੜਾਂਗਾ, ਦਲ ਵਰਸੇ ਤੋਂ 9। ਅਗਰ ਤੁਹਾਡੇ ਕੋਲ ਇਟਾਲੀਅਨ ਦੇ ਵਿੱਚ ਆ, ਉੱਚੀ ਆਵਾਜ਼ ਦੇ ਨਾਲ ਪੜ੍ਹੀਏ ਤਾਂ ਕਿ ਮਾਈਕ ਕੈਚ ਕਰ ਸਕੇ। Marco capitolo 1 versetto 9. In quei giorni Gesù venne da Nazareth di Galilea e fu battezzato da Giovanni nel Giordano. ਅੱਗੇ ਪੜ੍ਹਦੇ ਜਾਈਏ। A un tratto, come egli usciva dall'acqua, vide aprirsi i cieli e lo Spirito scendere su di lui come una colomba. Una voce venne dai cieli: Tu sei il mio diletto figlio, in te mi sono compiaciuto. In te mi sono compiaciuto. ਹਾਲੇਲੂਇਆ। ਪਰਮੇਸ਼ਵਰ ਦੀ ਆਵਾਜ਼ ਆਈ ਇੱਕ ਸਵਰਗ ਤੋਂ ਕਿ ਤੂੰ ਮੇਰਾ ਪਿਆਰਾ ਪੁੱਤਰ ਆ, ਮੈਂ ਤੇਰੇ ਤੋਂ ਖੁਸ਼ ਹਾਂ, ਤੇਰੇ ਤੋਂ ਪ੍ਰਸੰਨ ਹਾਂ। ਹਾਲੇਲੂਇਆ। ਅਗਲੀ ਆਇਤਾਂ ਪੜ੍ਹੀਏ 12 ਔਰ 13। Subito dopo lo Spirito lo sospinse nel deserto. Lo sospinse means che ha portato nel deserto. Sì. Ok. Vai avanti. E rimase nel deserto per 40 giorni, tentato da Satana. Stava tra le bestie selvatiche e gli angeli lo servivano. Amen. Amen. ਮੈਂ ਪੰਜਾਬੀ ਚ ਪੜਾਂਗਾ ਫਿਰ 9 ਤੋਂ 13 ਤੱਕ। ਉਹਨੀ ਦਿਨੀ ਐਂ ਹੋਇਆ ਜੋ ਯਿਸੂ ਨੇ ਗਲੀਲ ਦੇ ਨਾਸਰਤ ਤੋਂ ਆਣ ਕੇ ਯਰਦਨ ਵਿੱਚ ਯੋਹੰਨਾ ਦੇ ਹੱਥੋਂ ਬਪਤਿਸਮਾ ਲਿਆ। ਔਰ ਪਾਣੀ ਵਿੱਚੋਂ ਨਿਕਲਦੇ ਸਾਰ ਉਹਨੇ ਆਕਾਸ਼ ਨੂੰ ਖੁੱਲਦਿਆਂ ਤੇ ਆਤਮਾ ਨੂੰ ਆਪਣੇ ਉੱਤੇ ਕਬੂਤਰ ਦੀ ਨਿਆਈ ਉਤਰਦਿਆਂ ਦਿੱਠਾ ਅਤੇ ਇੱਕ ਸਵਰਗੀ ਬਾਣੀ ਆਈ, ਜੋ ਤੂੰ ਮੇਰਾ ਪਿਆਰਾ ਪੁੱਤਰ ਹੈ, ਤੇਥੋਂ ਮੈਂ ਪ੍ਰਸੰਨ ਹਾਂ। ਝੱਟ ਆਤਮਾ ਉਹਨੂੰ ਉਜਾੜ ਵਿੱਚ ਲੈ ਗਿਆ ਔਰ ਉਹ ਉਜਾੜ ਵਿੱਚ 40 ਦਿਨਾਂ ਤੱਕ ਸ਼ੈਤਾਨ ਉਹਨੂੰ ਪਰਤਾਉਂਦਾ ਰਿਹਾ ਤੇ ਉਹ ਜੰਗਲੀ ਜਾਨਵਰਾਂ ਦੇ ਨਾਲ ਰਹਿੰਦਾ ਸੀ ਅਤੇ ਦੂਤ ਉਹਦੀ ਟਹਿਲ ਕਰਦੇ ਸਨ। ਆਮੀਨ। ਹਾਲੇਲੂਇਆ। ਹਾਲੇਲੂਇਆ। ਕਿ ਅੱਜ ਮੈਂ ਜਿੰਨਾ ਵਚਨ ਸੁਣਾ, ਇਹ ਵਚਨ ਮੇਰੀ ਜ਼ਿੰਦਗੀ ਦੇ ਵਿੱਚ 100 ਗੁਣਾ ਫਲ ਲੈ ਕੇ ਆਵੇ ਔਰ ਇਹ ਫਲ ਯਿਸੂ ਦੇ ਨਾਮ ਦੇ ਵਿੱਚ ਬਣਿਆ ਰਹੇ, ਯਿਸੂ ਦੇ ਸਾਮਰਥੀ ਨਾਮ ਦੇ ਵਿੱਚ। ਆਮੀਨ। ਹਾਲੇਲੂਇਆ। ਜਦੋਂ ਆਪਾਂ ਵਚਨ ਦੇ ਵਿੱਚ ਪੜਿਆ, ਜਿੱਦਾਂ ਹੀ ਯਿਸੂ ਮਸੀਹ ਨੇ ਯੋਹੰਨਾ ਬਪਤਿਸਮਾ ਦੇਣ ਵਾਲੇ ਦੇ ਹੱਥੋਂ ਬੈਪਟਾਈਜ਼ ਲਿਆ, ਬਪਤਿਸਮਾ ਲਿਆ, ਤੇ ਉਸ ਆਕਾਸ਼ ਖੁੱਲ ਗਿਆ, ਇੱਕ ਸਵਰਗੀ ਬਾਣੀ ਆਈ, ਪਰਮੇਸ਼ਵਰ ਦੀ ਆਵਾਜ਼ ਆਈ ਯਿਸੂ ਮਸੀਹ ਦੇ ਲਈ ਕਿ ਇਹ ਮੇਰਾ ਪਿਆਰਾ ਪੁੱਤਰ ਆ, ਤੂੰ ਮੇਰਾ ਪਿਆਰਾ ਪੁੱਤਰ ਆ, ਮੈਂ ਤੇਰੇ ਤੋਂ ਪ੍ਰਸੰਨ ਆ। ਹਾਲੇਲੂਇਆ। Subito dopo, immediately, ਉਦੋਂ ਹੀ ਆਤਮਾ ਝੱਟ ਉਹਨੂੰ ਉਜਾੜ ਵਿੱਚ ਲੈ ਗਿਆ। Il spirito ha portato nel deserto. ਮੈਂ ਸਹੀ ਇਟਾਲੀਅਨ ਬੋਲੀ ਹੈ ਨਾ? ਹਾਲੇਲੂਇਆ। 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 ਖੁਦਾ ਦਾ ਆਤਮਾ ਉਦੋਂ ਹੀ ਉਹਨੂੰ ਉਜਾੜ ਦੇ ਵਿੱਚ ਲੈ ਗਿਆ ਤੇ ਉਜਾੜ ਵਿੱਚ ਯਿਸੂ ਮਸੀਹ 40 ਦਿਨਾਂ ਤੱਕ ਸ਼ੈਤਾਨ ਉਹਨਾਂ ਨੂੰ ਪਰਤਾਉਂਦਾ ਰਿਹਾ, ਟੈਂਪਟ ਕਰਦਾ ਰਿਹਾ ਤੇ ਯਿਸੂ ਮਸੀਹ ਨੇ ਜੰਗਲੀ ਜਾਨਵਰਾਂ ਦੇ ਨਾਲ ਉੱਥੇ ਰਹਿੰਦੇ ਸੀ। ਲੇਕਿਨ ਲਿਖਿਆ ਦੂਤ ਉਹਦੀ ਟਹਿਲ ਕਰਦੇ ਸਨ। ਹਾਲੇਲੂਇਆ। ਯਿਸੂ ਮਸੀਹ ਵਿਲਡਰਨੈਸ ਦੇ ਵਿੱਚ ਰਹਿ ਰਹੇ ਆ, ਸ਼ੈਤਾਨ ਪਰਤਾ ਰਿਹਾ ਆ, ਜੰਗਲੀ ਜਾਨਵਰਾਂ ਦੇ ਨਾਲ ਰਹਿ ਰਿਹਾ। ਮੀਨਸ ਕਿ ਇਧਰੋਂ ਵੀ ਅਟੈਕ ਦਾ ਖਤਰਾ, ਇਧਰੋਂ ਵੀ ਅਟੈਕ ਦਾ ਖਤਰਾ। ਮੀਨਸ ਕਿ ਸੇਫਟੀ ਨਹੀਂ ਆ, ਕੁਝ ਸਿਕਿਉਰ ਨਹੀਂ ਆ। ਹਾਲੇਲੂਇਆ। ਹਾਲੇਲੂਇਆ। ਲੇਕਿਨ ਲਿਖਿਆ ਦੂਤ ਉਹਦੀ ਟਹਿਲ ਕਰਦੇ ਸਨ। ਮੀਨਸ ਕਿ ਉਹਦੀ ਸਿਕਿਉਰਿਟੀ ਦੂਤ ਉਸ ਵਕਤ ਕਰ ਰਹੇ ਸਨ। ਹਾਲੇਲੂਇਆ। ਹਾਲੇਲੂਇਆ। ਕਦੋਂ? ਜਦੋਂ ਆਤਮਾ, ਖੁਦਾ ਦਾ ਆਤਮਾ, ਸਪਿਰਿਟ ਆਫ ਗॉड, ਸਪਿਰਿਟੋ ਦੀ ਦਿਓ, ਪਰਮੇਸ਼ਵਰ ਦੇ ਆਤਮਾ ਨੂੰ ਉਜਾੜ ਦੇ ਵਿੱਚ ਲੈ ਗਿਆ। ਆਤਮਾ ਦੀ ਅਗਵਾਈ ਦੇ ਨਾਲ ਉਜਾੜ ਦੇ ਵਿੱਚ ਗਿਆ। ਪਰਮੇਸ਼ਵਰ ਦੇ ਪਲਾਨ ਦੇ ਨਾਲ ਪਵਿੱਤਰ ਆਤਮਾ ਯਿਸੂ ਨੂੰ ਉਜਾੜ ਦੇ ਵਿੱਚ ਲੈ ਕੇ ਗਏ। ਵਿਲਡਰਨੈਸ
ਅੱਜ ਇੱਕ ਮਸੀਹੀ ਦੀ ਲਾਈਫ ਦੇ ਵਿੱਚ ਵਿਲਡਰਨੈਸ ਦਾ ਸਫ਼ਰ, ਜੰਗਲ ਦਾ ਸਫ਼ਰ ਜ਼ਰੂਰ ਆਉਂਦਾ ਆ। ਹਾਲੇਲੂਇਆ। ਔਰ ਇਹ ਸਫ਼ਰ ਕਦੋਂ ਆਇਆ ਯਿਸੂ ਮਸੀਹ ਦੀ ਲਾਈਫ ਦੇ ਵਿੱਚ? ਉਦੋਂ ਨਹੀਂ ਜਦੋਂ ਉਹ ਪੂਰਾ ਨਹੀਂ ਚੱਲ ਰਿਹਾ ਸੀ ਯਿਸੂ ਮਸੀਹ ਪਰਮੇਸ਼ਵਰ ਦੇ ਨਾਲ, ਜਾਂ ਕੁਝ ਘਟੀ ਸੀ ਅਜੇ। ਕਦੋਂ? ਜਦੋਂ ਪਿਤਾ ਵੀ ਉਹਦੇ ਤੋਂ ਪ੍ਰਸੰਨ ਆ, ਜਦੋਂ ਬਾਪ ਵੀ ਯਿਸੂ ਮਸੀਹ ਤੋਂ ਖੁਸ਼ ਆ। ਉਸ ਤੋਂ ਬਾਅਦ ਇੱਕ ਵਿਲਡਰਨੈਸ ਆਇਆ, ਉਸ ਤੋਂ ਬਾਅਦ ਇੱਕ ਜੰਗਲ ਦਾ ਸਫ਼ਰ ਆਇਆ ਆ। ਹਾਲੇਲੂਇਆ। ਮੀਨਸ ਕਿ ਇਹ ਜੰਗਲ ਦਾ ਸਫ਼ਰ ਯਿਸੂ ਮਸੀਹ ਨੂੰ ਪਰੇਸ਼ਾਨ ਕਰਨ ਦੇ ਲਈ ਬਲਕਿ ਇੱਕ ਟ੍ਰੇਨਿੰਗ ਦੇ ਲਈ ਸੀ। ਉਹ ਜੰਗਲ ਦਾ ਸਫ਼ਰ ਦਾਊਦ ਦੀ ਜ਼ਿੰਦਗੀ ਵਿੱਚ ਵੀ ਆਇਆ, ਉਹ ਜੰਗਲ ਦਾ ਸਫ਼ਰ ਮੂਸਾ ਦੀ ਜ਼ਿੰਦਗੀ ਦੇ ਵਿੱਚ ਵੀ ਆਇਆ, ਉਹ ਜੰਗਲ ਦਾ ਸਫ਼ਰ ਅਬਰਾਹਮ ਦੀ ਜ਼ਿੰਦਗੀ ਦੇ ਵਿੱਚ ਵੀ ਆਇਆ। ਹਾਲੇਲੂਇਆ। ਹਾਲੇਲੂਇਆ। ਅੱਜ ਜ਼ਰਾ ਜੀ ਪ੍ਰੋਬਲਮ ਇਨਸਾਨ ਤੇ ਆਉਂਦੀ ਹੈ, ਥੋੜਾ ਜੰਗਲ ਦਾ ਸਫ਼ਰ ਵਿੱਚ ਲੰਘਣਾ ਪੈਂਦਾ ਇਨਸਾਨ ਨੂੰ। ਲੋਕ ਵੀ ਕੁਝ ਕਹਿਣਾ ਸ਼ੁਰੂ ਕਰ ਦਿੰਦੇ, ਇਨਸਾਨ ਦਾ ਆਪਣਾ ਮਾਈਂਡ ਵੀ ਕੁਝ ਕਹਿਣਾ ਸ਼ੁਰੂ ਕਰ ਦਿੰਦਾ। ਪਤਾ ਨਹੀਂ ਕੀ ਹੋ ਗਿਆ, ਡਿਕਲੇਰੇਸ਼ਨ ਤੁਹਾਡੀ ਇਦਾਂ ਦੀ ਹੋ ਜਾਂਦੀਆਂ ਕਿ ਪਤਾ ਨਹੀਂ ਕਿਹੜਾ ਗੁਨਾਹ ਹੋ ਗਿਆ, ਪਤਾ ਨਹੀਂ ਕਿਹੜਾ ਪਾਪ ਹੋ ਗਿਆ, ਜਾਂ ਲੋਕ ਜੱਜ ਕਰਨਾ ਸ਼ੁਰੂ ਕਰ ਦਿੰਦੇ ਇਹ ਜਿਹੜਾ ਜੰਗਲ ਵਿੱਚ ਦੀ ਮੁਸੀਬਤ ਵਿੱਚ ਦੀ ਲੰਘ ਰਿਹਾ, ਇਹਨੇ ਜ਼ਰੂਰ ਕੋਈ ਨਾ ਕੋਈ ਪਾਪ ਕੀਤਾ ਆ। ਤੇ ਯਿਸੂ ਮਸੀਹ ਜੰਗਲ ਵਿੱਚ ਕਦੋਂ ਗਏ? ਜਦੋਂ ਪਿਤਾ ਉਹਦੇ ਤੋਂ ਖੁਸ਼ ਸੀ। ਹਾਲੇਲੂਇਆ। 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 ਜਦੋਂ ਪਿਤਾ ਤੁਹਾਡੇ ਤੋਂ ਖੁਸ਼ ਹੋਵੇਗਾ, ਇੱਕ ਜੰਗਲ ਦਾ ਸਫ਼ਰ ਆਵੇਗਾ ਤਾਂ ਕਿ ਤੁਹਾਨੂੰ ਇੱਕ ਹੋਰ ਅਗਲੇ ਲੈਵਲ ਤੇ ਉਹ ਲੈ ਜਾਵੇ। ਆਮੀਨ। 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 ਅਗਰ ਇੱਕ ਵਿਲਡਰਨੈਸ ਜੰਗਲ ਦਾ ਸਫ਼ਰ ਤੁਹਾਡੀ ਲਾਈਫ 'ਚ ਨਹੀਂ ਆਉਂਦਾ ਤੇ ਤੁਹਾਡਾ ਵਧਣਾ ਅਗਲੇ ਲੈਵਲ ਤੇ ਜਾਣਾ ਬਹੁਤ ਡਿਫਿਕਲਟ ਆ, ਇੱਕ ਇੰਪੋਸੀਬਲ ਆ। ਹਾਲੇਲੂਇਆ। ਹਾਲੇਲੂਇਆ। ਇਸ ਕਰਕੇ ਜਦੋਂ ਖੁਦਾ ਦੇ ਵਿੱਚ ਚੱਲਦੇ ਚੱਲਦੇ ਤੁਹਾਡਾ ਅੰਤਕਰਨ ਸ਼ੁੱਧ ਆ, ਤੁਹਾਡਾ ਆਤਮਾ, ਕਿਉਂਕਿ ਤੁਹਾਡੇ ਤੋਂ ਜ਼ਿਆਦਾ ਤੁਹਾਨੂੰ ਹੋਰ ਕੋਈ ਨਹੀਂ ਜਾਣਦਾ ਖੁਦਾ ਦੀ ਆਤਮਾ ਤੋਂ ਬਗੈਰ। ਜੋ ਤੁਹਾਡਾ ਅੰਤਕਰਨ ਤੁਹਾਨੂੰ ਸ਼ੁੱਧ ਠਹਿਰਾਉਂਦਾ, ਫਿਰ ਵੀ ਇੱਕ ਜੰਗਲ ਦਾ ਸਫ਼ਰ ਆ ਰਿਹਾ ਵਾ, ਉਦੋਂ ਘਬਰਾਉਣ ਦੀ ਨਹੀਂ ਲੋੜ, ਅੜੇ ਤੇ ਖੜੇ ਰਹਿਣ ਦੀ ਲੋੜ ਆ, ਕਿਉਂਕਿ ਤੁਹਾਨੂੰ ਪਤਾ ਕਿ ਤੁਹਾਡੀ ਇਹ ਟ੍ਰੇਨਿੰਗ ਚੱਲ ਰਹੀ ਆ, ਇਸ ਤੋਂ ਬਾਅਦ ਇੱਕ ਅਗਲਾ ਲੈਵਲ ਆਉਣ ਵਾਲਾ ਆ। ਹਾਲੇਲੂਇਆ। ਹਾਲੇਲੂਇਆ। ਯਾਦ ਰੱਖਣਾ ਕਿ ਯਿਸੂ ਮਸੀਹ ਵਿਲਡਰਨੈਸ ਦੇ ਵਿੱਚ, ਜੰਗਲ ਦੇ ਵਿੱਚ ਉਦੋਂ ਗਏ ਜਦੋਂ ਪਿਤਾ ਪ੍ਰਸੰਨ ਆ। ਜਦੋਂ ਪਿਤਾ ਤੁਹਾਡੇ ਤੋਂ ਵੀ ਪ੍ਰਸੰਨ ਹੋਵੇਗਾ, ਪਿਤਾ ਚਾਹੇਗਾ ਕਿ ਤੁਹਾਨੂੰ ਵੀ ਇੱਕ ਅਗਲੇ ਲੈਵਲ ਤੇ ਲੈ ਕੇ ਜਾਵੇ, ਉਸ ਤੋਂ ਪਹਿਲਾਂ ਇੱਕ ਵਿਲਡਰਨੈਸ ਆਵੇਗਾ, ਇੱਕ ਜੰਗਲ ਦਾ ਸਫ਼ਰ ਆਵੇਗਾ। ਆਮੀਨ। ਆਮੀਨ। ਹਾਲੇਲੂਇਆ। ਹਾਲੇਲੂਇਆ। ਦਾਊਦ ਨੂੰ ਪਰਮੇਸ਼ਵਰ ਨੇ ਜੰਗਲ ਦੇ ਵਿੱਚ ਛੱਡਿਆ ਸੀ, ਭੇਡਾਂ ਨੂੰ ਚਰਾ ਰਿਹਾ ਆ, ਬੱਕਰੀਆਂ ਨੂੰ ਚਰਾ ਰਿਹਾ ਆ, ਆਪਣੇ ਇੱਜੜ ਨੂੰ ਚਰਾ ਰਿਹਾ ਆ। ਸੋ ਉਹ ਜੰਗਲ ਦੇ ਵਿੱਚ ਰਹਿਣਾ ਕੋਈ ਉਹਦੀ ਮੁਸੀਬਤ ਦੇ ਲਈ ਨਹੀਂ ਸੀ ਕਿ ਪਰਮੇਸ਼ਵਰ ਨੂੰ ਤਿਆਗ ਦਿੱਤਾ ਸੀ। ਨੋ, ਇੱਕ ਟ੍ਰੇਨਿੰਗ ਦੇ ਲਈ ਪਰਮੇਸ਼ਵਰ ਨੇ ਉੱਥੇ ਛੱਡਿਆ ਸੀ। ਹਾਲੇਲੂਇਆ। ਮੂਸਾ ਜਦੋਂ ਭੱਜਦਾ ਵਾ ਫਿਰੌਨ ਦੇ ਕੋਲੋਂ, 40 ਸਾਲ ਜੰਗਲ ਦੇ ਵਿੱਚ ਰਹਿੰਦਾ, 40 ਸਾਲ ਉਹ ਇੱਜੜ ਨੂੰ ਚਾਰਦਾ ਆ। ਉੱਥੇ ਜਾ ਕੇ ਉਹਦੀ ਜਿਹੜੀ ਟ੍ਰੇਨਿੰਗ ਹੁੰਦੀ ਆ, ਉਹਦੀ ਜਿਹੜੀ ਬਾਡੀ ਮਰਦੀ ਆ ਤੇ ਉਹਦੀ ਸਪਿਰਿਟ ਜਿਹੜੀ ਉਹ ਸਟਰੋਂਗ ਹੁੰਦੀ ਆ। ਹਾਲੇਲੂਇਆ। ਹਾਲੇਲੂਇਆ। ਅਸੀਂ ਤਾਂ ਯਾਦ ਰੱਖੋ, ਅਗਰ ਤੁਸੀਂ ਅਗਲਾ ਲੈਵਲ ਅਚੀਵ ਕਰਨਾ ਆ, ਇੱਕ ਜੰਗਲ ਦੇ ਸਫ਼ਰ ਦੇ ਵਿੱਚ ਜ਼ਰੂਰ ਲੰਘਣਾ ਪੈਂਦਾ ਆ। ਤੇ ਜਦੋਂ ਮਸੀਹ ਦੇ ਵਿੱਚ ਚੱਲਦੇ ਚੱਲਦੇ ਇੱਕ ਵਿਲਡਰਨੈਸ ਆਵੇ ਤੁਹਾਡੀ ਲਾਈਫ ਦੇ ਵਿੱਚ, ਜੰਗਲੀ ਜਾਨਵਰਾਂ ਦੇ ਨਾਲ ਰਹਿੰਦਾ ਸੀ, ਕੁਝ ਵੀ ਸਿਕਿਉਰ ਨਹੀਂ ਸੀ, ਕੁਝ ਵੀ ਸੇਫ ਨਹੀਂ ਸੀਗਾ, ਪਤਾ ਨਹੀਂ ਇਧਰੋਂ ਕਿੰਨੇ ਆ ਜਾਣਾ, ਪਤਾ ਨਹੀਂ ਇਧਰੋਂ ਕਿੰਨੇ ਆ ਜਾਣਾ। ਹਾਲੇਲੂਇਆ। ਹਾਲੇਲੂਇਆ। ਸ਼ੈਤਾਨ ਪਰਤਾ ਰਿਹਾ ਸੀ। ਯਾਦ ਰੱਖੀਏ, ਸ਼ੈਤਾਨ, ਅਗਰ ਤੁਸੀਂ ਮਸੀਹ ਵਿੱਚ ਸਹੀ ਚੱਲ ਰਹੇ ਆ, ਸ਼ੈਤਾਨ ਤੁਹਾਡੀ ਲਾਈਫ 'ਚ ਆ ਨਹੀਂ ਸਕਦਾ ਜਿੰਨਾ ਚਿਰ ਪਰਮੇਸ਼ਵਰ ਨੂੰ ਅਲਾਓ ਨਾ ਕਰਨ। ਹਾਲੇਲੂਇਆ। ਹਾਲੇਲੂਇਆ। ਅਯੂਬ ਦੇ ਕੋਲ ਸ਼ੈਤਾਨ ਕਿੱਦਾਂ ਆਇਆ ਸੀ? ਪਰਮੇਸ਼ਵਰ ਦੇ ਕੋਲੋਂ ਪੁੱਛ ਕੇ। ਪਰਮੇਸ਼ਵਰ ਨੇ ਕਿਹਾ ਸੀ ਤੂੰ ਜੋ ਮਰਜ਼ੀ ਕਰ ਲਾ, ਸਿਰਫ ਤੇ ਕੋ ਇਹਦੀ ਜਾਨ ਲੈਣ ਦਾ ਅਧਿਕਾਰ ਨਹੀਂਗਾ। ਹਾਲੇਲੂਇਆ। 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 ਪਰਮੇਸ਼ਵਰ ਖੁਸ਼ ਵਾ, ਪਰਮੇਸ਼ਵਰ ਨੂੰ ਭਰੋਸਾ ਆ ਯਿਸੂ ਮਸੀਹ ਤੇ, ਪਰਮੇਸ਼ਵਰ ਨੂੰ ਕੌਨਫੀਡੈਂਸ ਆ, ਪਰਮੇਸ਼ਵਰ ਨੂੰ ਕੌਨਫੀਡੈਂਸ ਸੀ ਅਯੂਬ ਦੇ ਉੱਤੇ। ਹਾਲੇਲੂਇਆ। ਮਸੀਹ ਚੱਲਦੇ ਚੱਲਦੇ ਵਿਲਡਰਨੈਸ ਦੇ ਵਿੱਚ ਲੰਘ ਰਿਹਾ, ਤੈਨੂੰ ਪੂਰਨ ਆਨੰਦ ਦੀ ਗੱਲ ਜਾਣੂ, ਖੁਸ਼ੀ ਦੀ ਗੱਲ ਜਾਣੂ, ਕਿਉਂਕਿ ਪਰਮੇਸ਼ਵਰ ਤੁਹਾਡੇ ਤੋਂ ਪ੍ਰਸੰਨ ਆ, ਪਰਮੇਸ਼ਵਰ ਤੁਹਾਡੇ ਤੋਂ ਖੁਸ਼ ਆ, ਔਰ ਪਰਮੇਸ਼ਵਰ ਤੁਹਾਡੇ ਤੇ ਫੇਥ ਕਰਦੇ ਆ। ਹਾਲੇਲੂਇਆ। ਤੁਸੀਂ ਖੁਦਾ ਦੇ ਵਰਡ ਨੂੰ ਪੂਰਾ ਕਰ ਰਹੇ ਹੋ। ਕਹਿੰਦੇ
ਪਵਿੱਤਰਤਾ ਦੇ ਵਿੱਚ ਚੱਲ ਰਹੇ ਆ, ਸ਼ੈਤਾਨ ਦੇ ਲਈ ਡਿਫਿਕਲਟ ਇੰਪੋਸੀਬਲ ਆ ਤੁਹਾਨੂੰ ਟੱਚ ਕਰ ਜਾਵੇ। ਲੇਕਿਨ ਇੱਕ ਵਿਲਡਰਨੈਸ ਜਦੋਂ ਆਉਂਦਾ ਆ, ਉਦੋਂ ਪਰਮੇਸ਼ਵਰ ਵੀ ਇਜਾਜ਼ਤ ਦੇ ਦਿੰਦੇ ਆ, ਕਿਉਂਕਿ ਪਰਮੇਸ਼ਵਰ ਦਾ ਪਲਾਨ ਤੁਹਾਨੂੰ ਅਗਲੇ ਲੈਵਲ ਤੇ ਲੈ ਕੇ ਜਾਣਾ ਹੁੰਦਾ ਆ। ਹਾਲੇਲੂਇਆ। ਪਰਮੇਸ਼ਵਰ ਦੀ ਜਿਹੜੀ ਪਲੈਨਿੰਗ ਤੁਹਾਡੇ ਲਾਈਫ ਦੇ ਲਈ ਵੱਡੀ ਹੁੰਦੀ ਆ। ਜੇ ਪਹਿਲੀ ਕਲਾਸ ਤੋਂ ਦੂਜੀ ਕਲਾਸ ਦੇ ਵਿੱਚ ਜਾਣਾ ਆ ਤਾਂ ਉਹ ਟੈਸਟ ਕੋਈ ਏਡੇ ਜ਼ਿਆਦਾ ਡਿਫਿਕਲਟ ਨਹੀਂ। ਪਹਿਲੀ ਕਲਾਸ, ਦੂਸਰੀ, ਤੀਸਰੀ, ਮੰਨ ਲਓ ਉਸ ਤੋਂ ਬਾਅਦ BA ਦੀ ਆਪਾਂ ਕਲਾਸਾਂ ਕਰਦੇ ਜਾਂ ਕੁਝ ਹੋਰ ਆਈਲੈਟਸ ਕਰਦੇ ਆ ਜਾਂ ਵੱਡੀਆਂ ਜਿਹੜੀਆਂ ਪੋਜੀਸ਼ਨਸ ਕਰਦੇ ਆ, ਤਾਂ ਟੈਸਟ ਉਨੇ ਹੀ ਵੱਡੇ ਆ, ਉਨੇ ਹੀ ਔਖੇ ਆ। ਹਾਲੇਲੂਇਆ। ਜਿੰਨਾ ਵੱਡਾ ਤੁਹਾਡਾ ਟੈਸਟ ਹੋਵੇਗਾ, ਓਡੀ ਵੱਡੀ ਟੈਸਟਮਨੀ ਹੋਵੇਗੀ। ਆਮੀਨ। ਔਰ ਅੱਜ ਦੀ ਸ਼ਾਮ ਮੇਰਾ ਪਰਮੇਸ਼ਵਰ ਤੁਹਾਨੂੰ ਟੈਸਟਮਨੀ ਦੇ ਨਾਲ ਖੜਾ ਕਰੇ, ਵੱਡੀ ਗਵਾਹੀ ਦੇ ਨਾਲ ਖੜਾ ਕਰੇ, ਯਿਸੂ ਦੇ ਸਾਮਰਥੀ ਨਾਮ ਦੇ ਵਿੱਚ। ਆਮੀਨ। ਜਦੋਂ ਅਬਰਾਹਮ ਕਦੀ ਇੱਥੇ ਤੰਬੂ ਲਾ ਲਾ, ਥੋੜਾ ਜਿਹਾ ਗਾਂ ਚੱਲਦਾ, ਫੇਰ ਤੰਬੂ ਲਾ ਲਾ, ਲੂਤ ਨਾਲ ਚੱਲ ਰਿਹਾ ਵਾ, ਅਬਰਾਹਮ ਦੇ ਉਹਦੇ ਨਾਲ ਨਿਕਲਿਆ ਵਾ, ਉਹ ਪੱਕਾ ਘਰ ਬਣਾ ਕੇ ਬੈਠ ਵੀ ਗਿਆ ਵਾ। ਅਬਰਾਹਮ ਸਟਿਲ ਹਜੇ ਤੰਬੂ ਦੇ ਵਿੱਚ ਹੀ ਆ, ਕੋਈ ਪੱਕਾ ਟਿਕਾਣਾ ਨਹੀਂ ਆ। ਹਾਲੇਲੂਇਆ, 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 ਹਾਲੇਲੂਇਆ। ਕਿਉਂਕਿ ਅਬਰਾਹਮ ਦੇ ਲਈ ਜਿਹੜੀ ਪਰਮੇਸ਼ਵਰ ਦੀ ਕਾਲ ਸੀ ਉਹ ਵੱਡੀ ਸੀ। ਮੈਂ ਤੈਨੂੰ ਸਿਰਫ ਇੱਕ ਥੋੜੇ ਜਿਹੇ ਹਿੱਸੇ ਦਾ ਪਿਤਾ ਨਹੀਂ ਬਣਾਉਣਾ, ਬਲਕਿ ਕੌਮਾਂ ਦਾ ਪਿਤਾ ਬਣਾਵਾਂਗਾ। ਹਾਲੇਲੂਇਆ, ਥੈਂਕ ਯੂ ਜੀਸਸ। ਅਬਰਾਹਮ ਦੀ ਗਾਂ ਕੁਲ ਦੇ ਵਿੱਚੋਂ ਜਾ ਕੇ ਯਿਸੂ ਮਸੀਹ ਆਉਂਦੇ ਆ। ਦਾਊਦ ਨਬੀ, ਸਾਰੇ ਨਬੀ ਅਬਰਾਹਮ ਦੀ ਕੁਲ ਦੇ ਵਿੱਚੋਂ ਹੀ ਆਏ ਆ। ਅਬਰਾਹਮ ਵਿਸ਼ਵਾਸੀਆਂ ਦਾ ਪਿਤਾ ਆ। ਲੇਕਿਨ ਅਬਰਾਹਮ ਨੇ ਵੀ ਇੱਕ ਟੈਸਟ ਨੂੰ ਪਾਸ ਕੀਤਾ। ਕਦੋਂ? ਜਦੋਂ ਪਿਤਾ ਉਹਦੇ ਤੋਂ ਪ੍ਰਸੰਨ ਸੀ। ਉਸ ਤੋਂ ਬਾਅਦ ਟੈਸਟ ਸ਼ੁਰੂ ਹੋਇਆ। ਅੱਜ ਮਸੀਹ ਕਹਿੰਦੇ ਆ, ਮੈਂ ਤਾਂ ਦੁੱਖ ਪਹਿਲਾਂ ਸੀ ਮੇਰੇ ਤੇ ਬੜੇ, ਮੈਂ ਮਸੀਹ ਚ ਆਇਆ। ਯਾਦ ਰੱਖੀਏ, ਜਦੋਂ ਪਿਤਾ ਤੁਹਾਡੇ ਤੋਂ ਪ੍ਰਸੰਨ ਹੋਵੇਗਾ, ਅਗਲੇ ਲੈਵਲ ਤੇ ਜਾਣ ਦੇ ਲਈ ਇੱਕ ਵਿਲਡਰਨੈਸ, ਇੱਕ ਜੰਗਲ ਦਾ ਸਫ਼ਰ ਜ਼ਰੂਰ ਆਵੇਗਾ। ਅਗਰ ਤੁਸੀਂ ਪਾਸ ਕਰ ਗਏ ਤੇ ਉਸ ਲੈਵਲ ਨੂੰ ਅਚੀਵ ਕਰ ਲਓਗੇ ਜਿਹੜਾ ਪਰਮੇਸ਼ਵਰ ਨੇ ਤੁਹਾਡੇ ਲਈ ਠਹਿਰਾਇਆ ਆ। ਅਗਰ ਤੁਸੀਂ ਹਾਏ ਤੌਬਾ ਮਚਾਉਂਦੇ ਆ ਤੇ ਪਰਮੇਸ਼ਵਰ ਤੁਹਾਨੂੰ ਉੱਥੇ ਨਹੀਂ ਲਿਜਾ ਸਕਣਗੇ ਜਿੱਥੇ ਪਰਮੇਸ਼ਵਰ ਲੈ ਕੇ ਜਾਣਾ ਚਾਹੁੰਦੇ ਆ, ਕਿਉਂਕਿ ਪਰਮੇਸ਼ਵਰ ਆਰਡਰ ਦੇ ਪਰਮੇਸ਼ਵਰ ਆ। ਹਾਲੇਲੂਇਆ। ਤੁਸੀਂ ਸੋਚੋ, ਅਗਰ ਪਰਮੇਸ਼ਵਰ ਨੇ ਧੱਕੇ ਨਾਲ ਸਾਰੀ ਦੁਨੀਆ ਨੂੰ ਬਚਾਉਣਾ ਹੋਵੇ ਤੇ ਪਰਮੇਸ਼ਵਰ ਇੱਕ ਫੂਕ ਮਾਰਨ, ਕੁਛ ਏਦਾਂ ਦੀ ਸਾਰਿਆਂ ਨੂੰ ਸੋਚਾਂ ਹੀ ਬਦਲ ਜਾਣ। ਪੋਸੀਬਲ ਆਏ, ਪਰਮੇਸ਼ਵਰ ਦੇ ਲਈ ਕੁਛ ਵੀ ਇੰਪੋਸੀਬਲ ਨਹੀਂ। ਲੇਕਿਨ ਸ਼ੁਰੂ ਤੋਂ, ਸਟਾਰਟਿੰਗ ਤੋਂ, ਇਨ ਦਾ ਬਿਗਨਿੰਗ, ਐਡਮ ਦੇ ਸਮੇਂ ਤੋਂ ਹੀ ਪਰਮੇਸ਼ਵਰ ਨੇ ਇਨਸਾਨ ਨੂੰ ਰਾਈਟ ਦਿੱਤਾ, ਅਧਿਕਾਰ ਦਿੱਤਾ ਆ ਸਿਲੈਕਸ਼ਨ ਕਰਨ ਦਾ, ਚੂਜ਼ ਕਰਨ ਦਾ, ਕਿ ਤੂੰ ਕੀ ਚੂਜ਼ ਕਰਨਾ ਆ। ਉਹ ਬੂਟਾ ਜਿਹੜਾ ਭਲੇ ਤੇ ਬੁਰੇ ਦੀ ਸਿਆਣ ਦੇ ਫਲ ਵਾਲਾ ਸੀਗਾ, ਉਹ ਇਸ ਚੀਜ਼ ਨੂੰ ਹੀ ਰਿਪਰੈਜ਼ੈਂਟ ਕਰਦਾ ਸੀਗਾ ਕਿ ਆਦਮ ਦੇ ਲਈ ਇੱਕ ਰਾਈਟ ਆ, ਇੱਕ ਹੱਕ ਵਾ, ਕਿਹੜੀ ਚੀਜ਼ ਨੂੰ ਚੂਜ਼ ਕਰਨਾ ਆ। ਜੇ ਪਰਮੇਸ਼ਵਰ ਲਾਉਂਦੇ ਹੀ ਨਾ ਤੇ ਸ਼ਾਇਦ ਆਪਾਂ ਕਹਿ ਸਕਦੇ ਕਿ ਪ੍ਰੋਬਲਮ ਹੀ ਖੜੀ ਨਾ ਹੁੰਦੀ। ਪਰਮੇਸ਼ਵਰ ਨੇ ਰਾਈਟ ਦਿੱਤਾ ਆਦਮ ਨੂੰ। ਜਿੱਦਾਂ ਅੱਜ ਕਿਸੇ ਵੀ ਕੰਟਰੀ ਦੇ ਲਾਅ ਹੁੰਦੇ, ਉਹ ਤੁਹਾਨੂੰ ਰਾਈਟ ਦਿੰਦੇ, ਅਧਿਕਾਰ ਦਿੰਦੇ ਆ। ਆਦਮ ਦੇ ਕੋਲ ਇੱਕ ਰਾਈਟ ਸੀ, ਇੱਕ ਅਧਿਕਾਰ ਸੀ ਕਿ ਤੂੰ ਚਾਹਵੇਂ ਕਿ ਇਹਨੂੰ ਰਿਜੈਕਟ ਕਰ ਸਕਦਾ, ਤੂੰ ਚਾਹਵੇਂ ਤੇ ਇਹਨੂੰ ਖਾ ਸਕਦਾ। ਹਾਲੇਲੂਇਆ। ਕਿਉਂਕਿ ਪਰਮੇਸ਼ਵਰ ਧੱਕੇ ਦੇ ਨਾਲ ਆਪਣੀ ਉਪਾਸਨਾ ਨਹੀਂ ਕਰਾਉਣੀ ਚਾਹੁੰਦੇ। ਪਰਮੇਸ਼ਵਰ ਚਾਹੁੰਦੇ ਆ ਕਿ ਇਨਸਾਨ, ਅਸੀਂ ਆਪਣੇ ਮਨ ਤੋਂ ਪਰਮੇਸ਼ਵਰ ਨੂੰ ਮੁਬਾਰਕ ਕਹੀਏ, ਉਹਦੇ ਨਾਮ ਦੀ ਵਡਿਆਈ ਕਰੀਏ, ਉਹਨੂੰ ਆਪਣਾ ਪਰਮੇਸ਼ਵਰ ਮੰਨੀਏ। ਹਾਲੇਲੂਇਆ, ਹਾਲੇਲੂਇਆ। ਜਦੋਂ ਲੋਕ ਬਾਬਲ ਦਾ ਬੁਰਜ ਬਣਾਉਣ ਲੱਗੇ ਤੇ ਪਰਮੇਸ਼ਵਰ ਨੇ, ਉਹ ਜਦੋਂ ਲੋਕ ਬੜੀ ਉਚਾਈ ਤੱਕ ਲੈ ਗਏ, ਪਰਮੇਸ਼ਵਰ ਨੇ ਕਿਹਾ ਕਿ ਹੁਣ ਇੱਕ ਇੰਗਲਿਸ਼ ਬਾਈਬਲ ਲਿਖਿਆ ਹੈ ਵਨ ਕੋਡ ਆ, ਇੱਕ ਸੋਚ ਵਾ, ਇਹ ਹੁਣ ਜੋ ਚਾਹਿਆ ਉਹਨੇ ਕਰ ਲੈਣਾ, ਬਹੁਤ ਉਚਾਈ ਤੱਕ, ਇਦੋਂ ਵੀ ਉਚਾਈ ਤੱਕ ਇਹਨਾਂ ਨੇ ਲੈ ਜਾਣਾ। ਬਾਈਬਲ 'ਚ ਲਿਖਿਆ ਪਰਮੇਸ਼ਵਰ ਨੇ ਉਹਨਾਂ ਦੀਆਂ ਬੋਲੀਆਂ ਨੂੰ ਚੇਂਜ ਕਰ ਦਿੱਤਾ। ਜੇ ਪਰਮੇਸ਼ਵਰ ਉਹਦਾ ਬੋਲੀਆਂ ਨੂੰ ਚੇਂਜ ਕਰ ਸਕਦੇ ਸੀਗੇ ਤੇ ਅੱਜ ਬੋਲੀਆਂ ਨੂੰ ਇੱਕ ਵੀ ਕਰ ਸਕਦੇ ਆ। ਮੀਨ ਕੇ ਲੋਕ ਆਟੋਮੈਟਿਕਲੀ ਵੀ ਬਚ ਸਕਦੇ ਆ। ਲੇਕਿਨ ਪਰਮੇਸ਼ਵਰ ਸ਼ੁਰੂ ਤੋਂ ਇੱਕ ਆਪਸ਼ਨ ਦਿੰਦੇ ਆਏ ਆ, ਇੱਕ ਸਿਲੈਕਸ਼ਨ, ਇੱਕ ਚੂਜ਼ ਕਰਨ ਦਾ ਰਾਈਟ ਅਧਿਕਾਰ ਇਨਸਾਨ ਨੂੰ ਹਮੇਸ਼ਾ ਤੋਂ ਪਰਮੇਸ਼ਵਰ ਨੇ ਦਿੱਤਾ ਆ। ਕਿਉਂਕਿ ਪਰਮੇਸ਼ਵਰ ਚਾਹੁੰਦੇ ਆ, ਮੈਂ ਧੱਕੇ ਦੇ ਨਾਲ ਨਹੀਂ। ਜੇ ਧੱਕੇ ਦੇ ਨਾਲ ਆਦਮ ਨੂੰ ਬਣਾਇਆ ਹੁੰਦਾ, ਫੇਰ ਆਦਮ ਅੱਜ ਰੋਬੋ ਬਣ ਗਿਆ ਵਾ, ਉਹ ਪੁਰਜੇ ਬਣ ਗਿਆ, ਲੇਕਿਨ ਉਹਦੇ ਵਿੱਚ ਆਤਮਾ, ਸਪਿਰਿਟ ਨਹੀਂ ਹੈ। ਤੇ ਜੇ ਆਦਮ ਦੇ ਕੋਲ ਵੀ ਸਪਿਰਿਟ ਨਾ ਹੁੰਦਾ, ਫੀਲਿੰਗਸ ਨਾ ਹੁੰਦੀਆਂ, ਉਹ ਕੋਲ ਆਪਣੀ ਮਰਜ਼ੀ ਕਰਨ ਦਾ ਅਧਿਕਾਰ ਨਾ ਹੁੰਦਾ, ਤੇ ਉਹ ਵੀ ਫਿਰ ਇੱਕ ਰੋਬੋ ਹੀ ਹੋਣਾ ਸੀ। ਫਿਰ ਉਹ ਚ ਪਰਮੇਸ਼ਵਰ ਦਾ ਆਤਮਾ ਨਹੀਂ ਸੀ ਹੋਣਾ। ਹਾਲੇਲੂਇਆ, ਹਾਲੇਲੂਇਆ। ਸੋ ਅੱਜ ਪਰਮੇਸ਼ਵਰ ਕਹਿੰਦੇ ਕਿ ਅਸੀਂ
ਪਰਮੇਸ਼ਵਰ ਨੂੰ ਉਹਦੀ ਆਰਾਧਨਾ ਕਰੀਏ ਆਪਣੇ ਹਿਰਦੇ ਤੋਂ ਔਰ ਆਪਣਾ ਡਿਸੀਜਨ ਲੈ ਕੇ ਕਿ ਨਹੀਂ ਮੈਂ ਪਰਮੇਸ਼ਵਰ ਦੇ ਪਿੱਛੇ ਚੱਲਾਂਗਾ, ਹਾਲਾਤ ਜੋ ਮਰਜ਼ੀ ਹੋਣ ਮੈਂ ਪਰਮੇਸ਼ਵਰ ਦੇ ਵਚਨ ਤੇ ਅੜਿਆ ਤੇ ਖੜਿਆ ਰਹਾਂਗਾ। ਯਿਸੂ ਮਸੀਹ ਉਦੋਂ ਜੰਗਲ ਵਿੱਚ ਗਿਆ ਜਦੋਂ ਪਿਤਾ ਪ੍ਰਸੰਨ ਸੀ। ਅਬਰਾਹਮ ਨੇ ਉਦੋਂ ਵਿਲਡਰਨੈਸ ਦਾ ਸਫ਼ਰ ਕੀਤਾ ਜਦੋਂ ਪਿਤਾ ਉਹਦੇ ਤੋਂ ਪ੍ਰਸੰਨ ਸੀ। ਮੂਸਾ ਨੇ ਉਦੋਂ ਜੰਗਲ ਦਾ ਸਫ਼ਰ ਕੀਤਾ ਜਦੋਂ ਪਰਮੇਸ਼ਵਰ ਦੀ ਵੱਡੀ ਪਲੈਨਿੰਗ ਮੂਸਾ ਦੇ ਲਈ ਸੀ। ਦਾਊਦ ਉਦੋਂ ਜੰਗਲ ਦੇ ਵਿੱਚ ਰਹਿੰਦਾ ਸੀ ਜਦੋਂ ਪਰਮੇਸ਼ਵਰ ਉਹਦੇ ਤੋਂ ਪ੍ਰਸੰਨ ਸੀ। ਹਾਲੇਲੂਇਆ। ਅੱਜ ਵਿਸ਼ਵਾਸ ਤੇ ਮਾੜੀ ਜੀ ਪ੍ਰੋਬਲਮ ਆਉਂਦੀ ਆ, ਉਹ ਆਪਣੇ ਆਪ 'ਚ ਹੀ ਡੋਲ ਜਾਂਦਾ। ਅੱਜ ਤੁਹਾਡੇ ਦਾਸ ਵੀ ਕਹਿ ਰਹੇ ਸੀਗੇ ਉਹ ਦੁਸ਼ਟ ਆਤਮਾ ਅਟੈਕ ਹੋ ਗਿਆ, ਸ਼ੈਤਾਨ ਨੇ ਘੇਰ ਲਿਆ। ਤੁਸੀਂ ਆਪੇ ਹੀ ਡਿਕਲੇਅਰ ਕਰੀ ਜਾਂਦੇ ਸ਼ੈਤਾਨ ਨੇ ਘੇਰਿਆ ਨਹੀਂ ਹੁੰਦਾ, ਕਹਿੰਦਾ ਹੁਣ ਤੈਨੇ ਆਪੇ ਹੀ ਮੌਕਾ ਦੇ ਦਿੱਤਾ। ਉਹ ਆਪੇ ਕਹਿੰਦਾ ਹੁਣ ਤੇ ਮੇਰੇ ਲਈ ਹੋਰ ਈਜ਼ੀ ਹੋ ਗਿਆ। ਜਿੰਨਾ ਚਿਰ ਉਹਦੇ ਕੋਲ ਲੀਗਲ ਗਰਾਊਂਡ ਨੇ, ਆਪਾਂ ਸੁਣਿਆ ਸੀ ਨਾ, ਉਹਨਾਂ ਚਿਰ ਤੁਹਾਡੀ ਲਾਈਫ 'ਚ ਕੰਮ ਨਹੀਂ ਕਰ ਸਕਦਾ। ਤੇ ਲੀਗਲ ਗਰਾਊਂਡ ਆਪਾਂ ਆਪੇ ਹੀ ਬਣਾ ਕੇ ਦੇ ਦਿੰਦੇ ਆ। ਹਾਲੇਲੂਇਆ। ਹਾਲੇਲੂਇਆ। ਕਈ ਵਾਰੀ ਹੁੰਦਾ ਕਿ ਪਰਮੇਸ਼ਵਰ ਨੇ ਤੁਹਾਨੂੰ ਜੰਗਲ ਦੇ ਵਿੱਚ ਲੈ ਕੇ ਜਾਂਦਾ ਜਦੋਂ ਤੁਹਾਡੇ ਤੋਂ ਪ੍ਰਸੰਨ ਹੁੰਦਾ ਵਾ, ਤੁਹਾਨੂੰ ਹੋਰ ਇਨਕਰੀਜ਼ ਕਰ ਸਕੇ, ਤੁਹਾਨੂੰ ਮਲਟੀਪਲਾਈ ਕਰ ਸਕੇ। ਆਪਾਂ ਸ਼ੈਤਾਨ ਨੇ ਅਟੈਕ ਕਰ ਦਿੱਤਾ, ਸ਼ੈਤਾਨ ਨੇ ਮੈਨੂੰ ਫੜ ਲਿਆ। ਸ਼ੈਤਾਨ ਹੱਸਦਾ ਵਾ, ਕਹਿੰਦਾ ਯਾਰ ਪਰ ਤੇਰੇ ਲਈ ਤਾਂ ਪਰਮੇਸ਼ਵਰ ਦੀ ਪਲਾਨਿੰਗ ਆ, ਤੂੰ ਹਾਲੇਲੂਇਆ। ਹਾਲੇਲੂਇਆ। ਅੱਜ ਮਸੀਹ ਕਨਫਿਊਜ਼ ਰਹਿੰਦੇ ਆ, ਡਾਊਟਸ ਦੇ ਵਿੱਚ ਰਹਿੰਦੇ ਆ। ਮੈਂ ਕਿਹਾ ਕੋਈ ਤੁਹਾਨੂੰ ਜੱਜ ਨਹੀਂ ਕਰ ਸਕਦਾ, ਲੇਕਿਨ ਤੁਹਾਡਾ ਅੰਤःਕਰਨ, ਤੁਹਾਡਾ ਵਿਵੇਕ, ਬਾਈਬਲ ਦੱਸਦੀ ਆ, ਬਾਈਬਲ ਇਸ ਨੂੰ ਪ੍ਰੂਫ ਕਰਦੀ ਆ, ਪਰਮੇਸ਼ਵਰ ਦੇ ਆਤਮਾ ਤੋਂ ਬਿਨਾ ਤੁਹਾਨੂੰ ਅਗਰ ਕੋਈ ਜਾਣਦਾ ਵਾ ਤੇ ਤੁਸੀਂ ਖੁਦ ਮੰਨ। ਇਹਦਾ ਮਤਲਬ ਤੁਹਾਨੂੰ ਆਪਣਾ ਤਾਂ ਪਤਾ ਹੀ ਹੈ, ਜਦੋਂ ਆਪਾਂ ਕਿਸੇ ਨੂੰ ਜੱਜ ਨਹੀਂ ਕਰਦੇ, ਲੇਕਿਨ ਆਪਣਾ ਤਾਂ ਇਨਸਾਨ ਨੂੰ ਪਤਾ ਹੀ ਆ। ਹਾਲੇਲੂਇਆ। ਹਾਲੇਲੂਇਆ। ਅੱਜ ਤੋਂ ਬਾਅਦ ਸ਼ੈਤਾਨ ਤੁਹਾਨੂੰ ਧੋਖਾ ਨਾ ਦੇ ਪਾਵੇ। ਬਾਈਬਲ ਸ਼ੈਤਾਨ ਨੂੰ ਡਿਸੀਵਰ ਬੋਲਦੀ ਆ, ਧੋਖੇਬਾਜ਼। ਹਵਾ ਨੂੰ ਕੀ ਦਿੱਤਾ ਸੀ ਉਹਨੇ? ਧੋਖਾ। ਕਿਹੜੀ ਗੱਲ ਦੇ ਵਿੱਚ? ਨਹੀਂ ਤੁਸੀਂ ਮਰਨਾ ਨਹੀਂਗਾ, ਤੁਹਾਡੀਆਂ ਤੁਸੀਂ ਤਾਂ ਪਰਮੇਸ਼ਵਰ ਦੇ ਵਰਗੇ ਹੋ ਜਾਣਾ। ਧੋਖਾ। ਦਾਊਦ ਨੂੰ ਕੀ ਦਿੱਤਾ ਸੀ? ਧੋਖਾ। ਨਹੀਂ ਤੂੰ ਤਾਂ ਰਾਜਾ ਵਾ, ਤੂੰ ਕੋਠੇ ਦੇ। ਦਾਊਦ ਨੇ ਕਾਨੂੰਨ ਬਣਾਇਆ ਸੀ। ਜਿਹੜੀ ਸਟੱਡੀ ਦੱਸਦੀ ਆ ਕਿ ਦਾਊਦ ਨੇ ਆਪਣੇ ਸਮੇਂ ਦੇ ਵਿੱਚ ਇਹ ਲਾਅ ਬਣਾਇਆ ਸੀ ਔਰ ਖੁਦ ਬਣਾਇਆ ਸੀ ਉਹਨੇ। ਸ਼ਾਮ ਦੇ ਵਕਤ ਜਿਹੜੀਆਂ ਔਰਤਾਂ ਆਪਣੇ ਘਰਾਂ ਵਿੱਚ ਨਹਾਉਂਦੀਆਂ ਵਾ, ਕਿਸੇ ਨੇ ਆਪਣੀ ਛੱਤਾਂ ਦੇ ਉੱਤੇ ਨਹੀਂ ਚੜਨਾ। ਪਹਿਲੀ ਥਿੰਗ, ਉਹ ਜੰਗ ਦੇ ਵਿੱਚ ਨਹੀਂ ਗਿਆ, ਆਪਣੀ ਸੈਨਾ ਨੂੰ ਭੇਜ ਦਿੱਤਾ। ਸੈਕਿੰਡ, ਜਿਹੜਾ ਕਾਨੂੰਨ ਉਹਨੇ ਆਪ ਬਣਾਇਆ ਸੀਗਾ ਉਹਨੂੰ ਹੀ ਉਹਨੇ ਤੋੜ ਦਿੱਤਾ। ਕਿਉਂ? ਸੈਲਫ ਕੌਨਫੀਡੈਂਸ। ਸ਼ਾਇਦ ਉਹਨੂੰ ਲੱਗ ਰਿਹਾ ਹੋਵੇ ਕਿ ਨਹੀਂ ਮੈਂ ਤਾਂ ਖੁਦਾ ਦੇ ਨੂੰ ਚੁਣਿਆ ਵਾ, ਖੁਦਾ ਤਾਂ ਮੇਰੇ ਤੋਂ, ਔਰ ਮੈਂ ਥੋੜੀ ਡਿੱਗਣਾ, ਇਹ ਤਾਂ ਲੋਕਾਂ ਦੇ ਲਈ ਆ। ਉਹਨੇ ਖੁਦ ਮੌਕਾ ਦੇ ਦਿੱਤਾ, ਖੁਦ ਹੀ ਕਾਨੂੰਨ ਬਣਾਇਆ ਔਰ ਖੁਦ ਹੀ ਤੋੜ ਲਿਆ। ਡਿਸੀਵਰ। ਔਰ ਕਿਹਨੇ ਪ੍ਰੇਰਿਆ ਵਾ? ਸ਼ੈਤਾਨ ਨੇ। ਸੰਤ ਪੌਲੁਸ, ਅਗਰ ਤੁਸੀਂ ਕਹੋਗੇ ਸ਼ੈਤਾਨ, ਸੰਤ ਪੌਲੁਸ ਪੱਤਰੀਆਂ ਵਿੱਚ ਜਗ੍ਹਾ ਕਹਿੰਦੇ ਆ। ਇੱਕ ਜਗ੍ਹਾ ਕਹਿੰਦੇ ਕਿ ਮੈਂ ਤੁਹਾਡੇ ਕੋਲ ਬੜੇ ਚਿਰ ਤੋਂ ਆਉਣ ਦਾ ਸੋਚਦਾ, ਲੇਕਿਨ ਮੈਨੂੰ ਸ਼ੈਤਾਨ ਨੇ ਰੋਕ ਰੱਖਿਆ। ਮੈਂ ਬੜਾ ਮੈਡੀਟੇਟ ਕੀਤਾ, ਕਿੰਨੇ ਸਾਲ ਹੀ ਕਰਦਾ ਯਾਰ। ਸੰਤ ਪੌਲੁਸ ਨੂੰ ਵੀ ਸ਼ੈਤਾਨ ਨੇ ਰੋਕ ਲਿਆ। ਡਿਸੀਵਰ, ਧੋਖੇਬਾਜ਼। ਹਾਲੇਲੂਇਆ। ਸ਼ੈਤਾਨ ਅੱਜ ਤੋਂ ਬਾਅਦ ਤੁਹਾਨੂੰ ਧੋਖਾ ਨਾ ਦੇ ਪਾਵੇ। ਆਮੀਨ। ਅੱਜ ਕਨਫਰਮ ਹੋਣਾ ਆਪਣੇ ਫੇਥ ਦੇ ਵਿੱਚ, ਕਨਫਰਮ ਹੋਣਾ ਕਿ ਪਰਮੇਸ਼ਵਰ ਨੇ ਕਿਹਾ ਮੈਂ ਤੈਨੂੰ ਨਾ ਕਦੇ ਛੱਡਾਂਗਾ, ਨਾ ਤੈਨੂੰ ਕਦੇ ਤਿਆਗਾਂਗਾ। ਉਹ ਕਹਿੰਦਾ ਜਦ ਤੂੰ ਪਾਣੀਆਂ ਵਿਅਕਤੀ ਲੰਘੇਗਾ ਉਹ ਤੈਨੂੰ ਡੋਬਣਗੇ ਨਹੀਂ, ਜਦ ਤੂੰ ਅੱਗ ਦੇ ਵਿਅਕਤੀ ਲੰਘੇਗਾ ਉਹ ਤੈਨੂੰ ਸਾੜੇਗੀ ਨਹੀਂ, ਲੇਕਿਨ ਤੂੰ ਪਾਣੀਆਂ ਵਿਅਕਤੀ ਲੰਘੇਗਾ। ਹਾਲੇਲੂਇਆ। ਤੂੰ ਅੱਗ ਦੇ ਵਿਅਕਤੀ ਲੰਘੇਗਾ। ਸ਼ੇਰਾਂ ਦੇ ਘੁਰਨੇ ਵਿੱਚ ਡੈਨੀਅਲ ਸਿੱਟਿਆ ਗਿਆ, ਸ਼ੇਰਾਂ ਦੇ ਮੂੰਹ ਬੰਦ ਹੋ ਗਏ, ਲੇਕਿਨ ਯਾਦ ਰੱਖੀਏ ਸ਼ੇਰਾਂ ਦੇ ਘੁਰਨੇ ਵਿੱਚ ਡੈਨੀਅਲ ਨੂੰ ਜਾਣਾ ਪਿਆ ਸੀ। ਹਾਲੇਲੂਇਆ। ਹਾਲੇਲੂਇਆ। ਅੱਜ ਤੁਸੀਂ ਜੰਗਲ ਦੇ ਵਿੱਚ ਜਾ ਸਕਦੇ ਆ, ਤੁਸੀਂ ਸ਼ੇਰਾਂ ਦੇ ਘੁਰਨੇ ਜਾ ਸਕਦੇ ਆ, ਨਦੀਆਂ ਪਾਣੀਆਂ ਵਿਅਕਤੀ ਲੰਘ ਸਕਦੇ, ਤੂਫਾਨਾਂ ਵਿਅਕਤੀ ਲੰਘ ਸਕਦੇ, ਲੇਕਿਨ ਯਾਦ ਰੱਖਣਾ ਉਹ ਪਰਮੇਸ਼ਵਰ ਕਹਿੰਦਾ ਮੈਂ ਤੈਨੂੰ ਨਾ ਕਦੇ ਛੱਡਾਂਗਾ ਤੇ ਨਾ ਤੈਨੂੰ ਕਦੇ ਤਿਆਗਾਂਗਾ। ਪਾਣੀ ਤੈਨੂੰ ਡੋਬ ਨਹੀਂ ਪਾਉਣਗੇ, ਅੱਗ ਤੈਨੂੰ ਜਲਾ ਨਹੀਂ ਪਾਵੇਗੀ, ਸ਼ੇਰ ਤੇਰਾ ਨੁਕਸਾਨ ਨਹੀਂ ਕਰ ਪਾਉਣਗੇ। ਹਾਲੇਲੂਇਆ। ਥੈਂਕ ਯੂ ਜੀਸਸ। ਜਦੋਂ ਪਿਤਾ ਪ੍ਰਸੰਨ ਵਾ, ਉਹ ਇੱਕ ਟੈਸਟ ਲੈ ਕੇ ਤੁਹਾਨੂੰ ਅੱਗੇ ਵਧਾਉਂਦਾ ਆ। ਜਦੋਂ ਪਿਤਾ ਤੁਹਾਡੇ ਤੋਂ ਖੁਸ਼ ਵਾ, ਉਹ ਤੁਹਾਡਾ ਐਗਜ਼ਾਮ ਲੈਂਦਾ ਤਾਂ ਕਿ ਤੁਹਾਨੂੰ ਅਗਲੇ ਲੈਵਲ ਤੇ ਲੈ ਜਾਵੇ। ਯਿਸੂ ਨੇ ਬਪਤਿਸਮਾ ਲਿਆ, ਆਕਾਸ਼ ਖੁੱਲ ਗਿਆ, ਇਹ ਮੇਰਾ ਪਿਆਰਾ ਪੁੱਤਰ ਹੈ, ਤੂੰ ਮੈਂ ਪ੍ਰਸੰਨ ਵਾਂ। ਜਿੱਦਾਂ ਹੀ ਪ੍ਰਸੰਨ ਹੋਇਆ ਤੇ ਆਤਮਾ ਉਹਨੂੰ ਉਜਾੜ ਦੇ ਵਿੱਚ ਲੈ ਗਿਆ। ਅੱਜ ਮਸੀਹ ਚੱਲਦੇ ਜਦੋਂ ਉਜਾੜ ਵਿੱਚ ਜਾਣਾ ਪੈਂਦਾ, ਡਬਲ ਮਾਈਂਡਡ ਨਾ ਹੋਈਏ, ਡਰੀਏ ਨਾ। ਡਰਨਾ ਨਹੀਂਗਾ। ਬਾਈਬਲ ਕਹਿੰਦਾ ਸਾਨੂੰ ਡਰਦਾ ਨਹੀਂ ਬਲਕਿ
ਦਿਲ ਦੀ ਆਤਮਾ ਦਿੱਤਾ ਆ। ਡਰਨਾ ਨਹੀਂ, ਬਲਕਿ ਉਦੋਂ ਸਾਇੰਸ ਇੱਕ ਦੇਖ ਲੈਣਾ ਕਿ ਪਰਮੇਸ਼ਵਰ ਮੈਨੂੰ ਹੁਣ ਵਧਾਉਣ ਜਾ ਰਿਹਾ। ਤੇ ਤੁਹਾਡਾ ਧਿਆਨ ਜਿਹੜਾ ਫਿਰ ਮੁਸੀਬਤ ਵੱਲ ਨਹੀਂ, ਤੰਗੀ ਵੱਲ ਨਹੀਂ, ਬਿਮਾਰੀ ਵੱਲ ਨਹੀਂ, ਇੱਕੋ ਚੀਜ਼ ਵੱਲ ਲੱਗਾ ਰਹਿਣਾ ਕਿ ਜਿੱਦਾਂ ਹੀ ਮੈਂ ਪਾਸ ਕੀਤਾ ਮੈਂ ਅਗਲੇ ਲੈਵਲ ਤੇ ਹੋਣਾ ਆ। ਹਾਲੇਲੂਇਆ। ਹਾਲੇਲੂਇਆ। ਤੇ ਤੁਸੀਂ ਦੇਖੋਗੇ ਤੁਹਾਡੇ ਲਈ ਸੋ ਈਜ਼ੀ ਹੋ ਜਾਣਾ ਆ। ਕ੍ਰਿਸਚੀਅਨ ਲਾਈਫ ਨੂੰ ਮੈਂ ਕੱਲ ਵੀ ਜ਼ਿਕਰ ਕਰ ਰਿਹਾ ਸੀ ਕਿਸੇ ਨਾਲ, ਕ੍ਰਿਸਚੀਅਨ ਲਾਈਫ ਨੂੰ ਅਗਰ ਤੁਸੀਂ ਏਦਾਂ ਜੀਵੋਗੇ, ਨਹੀਂ ਮੈਂ ਆ ਨਹੀਂ ਕਰ ਸਕਦਾ, ਮੈਂ ਆ ਨਹੀਂ ਕਰ ਸਕਦਾ, ਤੁਹਾਨੂੰ ਇੱਕ ਬੋਝ ਲੱਗੇਗਾ। ਨਹੀਂ ਮੈਂ ਉੱਥੇ ਨਹੀਂ ਜਾ ਸਕਦਾ, ਮੇਰੀ ਲਾਈਫ ਡਿਸਪਲਿਨ ਦੇ ਵਿੱਚ ਆ। ਜਦੋਂ ਇਹਨੂੰ ਇੱਕ ਐਜ਼ ਅ ਬਰਡਨ ਲੈ ਕੇ ਚੱਲੋਗੇ ਤੁਹਾਨੂੰ ਬੋਝ ਲੱਗਣਾ, ਤੁਹਾਨੂੰ ਔਖਾ ਲੱਗਣਾ। ਜਦੋਂ ਤੁਸੀਂ ਇੰਜੋਏ ਕਰੋਗੇ, ਹਾਲੇਲੂਇਆ, ਇਸ ਚੀਜ਼ ਨੂੰ ਇੰਜੋਏ ਕਰੋਗੇ ਕਿ ਮੇਰਾ ਲੈਵਲ ਬਾਕੀਆਂ ਦੇ ਨਾਲੋਂ ਉੱਚਾ ਲੈਵਲ ਆ। ਹਾਲੇਲੂਇਆ। ਹਾਲੇਲੂਇਆ। ਦੂਸਰੇ ਲੋਕ ਆਹ ਕੰਮ ਕਰਦੇ ਲੇਕਿਨ ਮੇਰਾ ਲੈਵਲ ਉੱਚਾ ਲੈਵਲ ਆ, ਮੈਂ ਉਹ ਨਹੀਂ ਕਰਦਾ ਕਿਉਂਕਿ ਮੇਰਾ ਪਰਮੇਸ਼ਵਰ ਨੇ ਮੈਨੂੰ ਉੱਚਾ ਠਹਿਰਾਇਆ। ਉਹ ਕਹਿੰਦਾ ਤੁਸੀਂ ਜਗਤ ਦੀ ਜੋਤੀ ਆ। ਜੋ ਤੁਸੀਂ ਇਸ ਤਰ੍ਹਾਂ ਨਾ ਇੰਜੋਏ ਕਰਕੇ ਆਪਣੀ ਵੈਲਿਊ ਨੂੰ ਜਾਣ ਕੇ ਆਪਣੀ ਲਾਈਫ ਨੂੰ ਜੀਓਗੇ ਤਾਂ ਤੁਹਾਡੇ ਲਈ ਸੋ ਈਜ਼ੀ ਹੋਊਗੀ ਔਰ ਤੁਸੀਂ ਇਹਨੂੰ ਇੰਜੋਏ ਕਰੋਗੇ ਆਪਣੀ ਲਾਈਫ ਨੂੰ। ਹਾਲੇਲੂਇਆ। ਸੋ ਅੱਜ ਤੋਂ ਬਾਅਦ ਬਰਡਨ ਨਹੀਂ ਲੈਣਾ ਕਿ ਮੈਂ ਆ ਨਹੀਂ ਕਰ ਸਕਦਾ, ਮੈਂ ਬਲਕਿ ਇੰਜੋਏ ਕਰਨਾ ਕਿ ਪਰਮੇਸ਼ਰ ਤੁਹਾਨੂੰ ਜਗਤ ਦੀ ਜੋਤੀ ਬਣਾ ਦਿੱਤਾ ਹੈ। ਜਗਤ ਦੀ ਜੋਤੀ ਮੀਨਸ ਕਿ ਤੁਸੀਂ ਲੋਕਾਂ ਨੂੰ ਉਹਨਾਂ ਦੇ ਅੰਧੇਰਿਆਂ ਨੂੰ ਦੂਰ ਕਰਨਾ, ਉਹਨਾਂ ਨੂੰ ਰਸਤੇ ਦਿਖਾਣੇ ਆ। ਹਾਲੇਲੂਇਆ। ਲੇਕਿਨ ਵਿਲਡਰਨੈਸ ਦਾ ਜਦੋਂ ਸਮਾਂ ਆਉਂਦਾ ਵਾ ਉਦੋਂ ਘਬਰਾਉਣਾ ਨਹੀਂਗਾ, ਡਰਨਾ ਨਹੀਂਗਾ, ਅੜੇ ਤੇ ਖੜੇ ਰਹਿਣਾ ਕਿਉਂਕਿ ਤੁਸੀਂ ਬੜੇ ਉੱਚੇ ਜਾਣ ਵਾਲੇ ਹੁੰਨੇ ਆ। ਮੇਰਾ ਪਰਮੇਸ਼ਰ ਅੱਜ ਦੀ ਸ਼ਾਮ ਤੁਹਾਨੂੰ ਉੱਚਾ ਲੈ ਕੇ ਜਾਵੇ, ਤੁਹਾਡੇ ਬੰਧਨ ਟੁੱਟ ਜਾਣ, ਡਬਲ ਮਾਈਂਡਡ ਤੁਹਾਨੂੰ ਛੱਡ ਕੇ ਜਾਵੇ ਯਿਸੂ ਦੇ ਸਾਮਰਥੀ ਨਾਮ ਦੇ ਵਿੱਚ। ਹਾਲੇਲੂਇਆ। ਯਾਦ ਰੱਖਣਾ ਦਾਊਦ ਨੂੰ, ਅਬਰਾਹਮ ਨੂੰ, ਮੂਸਾ ਨੂੰ, ਜਿਨ੍ਹਾਂ ਨੇ ਵੱਡੇ ਕੰਮ ਕੀਤੇ, ਉਸ ਵੱਡੇ ਕੰਮਾਂ ਤੋਂ ਪਹਿਲਾਂ, ਵੱਡੇ ਅਸਾਈਨਮੈਂਟ ਤੋਂ ਪਹਿਲਾਂ ਇੱਕ ਜੰਗਲ ਦਾ ਸਫ਼ਰ ਜ਼ਰੂਰ ਆਇਆ ਆ। ਔਰ ਉਹੀ ਸਮਾਂ ਹੁੰਦਾ ਆ ਜਦੋਂ ਏਲੀਆ ਉਠਾਇਆ ਜਾਣ ਵਾਲਾ ਸੀ ਨਾ, ਅਲੀਸ਼ਾ ਦੇ ਕੋਲ ਵੀ ਬੜਾ ਜੰਗਲ ਦਾ ਸਫ਼ਰ ਆਇਆ ਸੀ। ਬੜੇ ਲੋਕਾਂ ਦੀਆਂ ਇਧਰੋਂ ਜੰਗਲੀ ਜਾਨਵਰ ਯਿਸੂ ਮਸੀਹ ਰਹਿੰਦੇ ਸੀ, ਬੜੀਆਂ ਆਵਾਜ਼ਾਂ ਉਹਨੂੰ ਆਈਆਂ ਸੀਗੀਆਂ, ਤੇਰਾ ਸਵਾਮੀ ਚਲੇ ਜਾਣਾ, ਤੈਨੂੰ ਕੀ ਦਿੱਤਾ। ਮੀਨਸ ਕਿ ਉਹਨਾਂ ਦਾ ਕਹਿਣ ਦਾ ਮਤਲਬ ਸੀਗਾ ਕਿ ਤੇਰੇ ਸਵਾਮੀ ਨੇ, ਤੇਰੇ ਸਪਿਰਚੁਅਲ ਫਾਦਰ ਨੇ ਅੱਜ ਉਠਾਇਆ ਜਾਣਾ, ਪਰਮੇਸ਼ਰ ਨੇ ਚੱਕ ਲੈਣਾ। ਹਜੇ ਤੱਕ ਤੈਨੂੰ ਮਸਾ ਵੀ ਨਹੀਂ ਕੀਤਾ, ਤੇਰੇ ਤੇ ਹੱਥ ਵੀ ਨਹੀਂ ਰੱਖੇ, ਤੈਨੂੰ ਤਾਂ ਇਹਨੇ ਬਲੈਸ ਵੀ ਨਹੀਂ ਕੀਤਾ, ਤੈਨੂੰ ਤਾਂ ਇਹਨੇ ਕੋਈ ਸੀਕ੍ਰੇਟ ਵੀ ਨਹੀਂ ਦਿੱਤਾ। ਹਾਲੇਲੂਇਆ। ਲੇਕਿਨ ਉਹ ਸਮਾਂ ਉਹਨੇ ਸਾਂਭ ਕੇ ਰੱਖਿਆ, ਉਹ ਕੇਅਰਫੁਲ ਰਿਹਾ। ਜੰਗਲ ਦੇ ਸਫ਼ਰ ਦੇ ਵਿੱਚ ਕੇਅਰਫੁਲ ਰਹੀਏ, ਜੰਗਲ ਦੇ ਸਫ਼ਰ ਦੇ ਵਿੱਚ ਸਾਵਧਾਨ ਰਹੀਏ। ਹਾਲੇਲੂਇਆ। ਉਹਨੇ ਉਸ ਸਮੇਂ ਨੂੰ ਸਾਂਭਿਆ ਤੇ ਆਪਣੇ ਗੁਰੂ ਦੇ, ਆਪਣੇ ਅਗੂਏ ਦੇ ਤੋਂ ਡਬਲ ਅਨੋਇੰਟਿੰਗ ਨੂੰ ਪਾਇਆ। ਹਾਲੇਲੂਇਆ। ਹਾਲੇਲੂਇਆ। ਇਹ ਜੰਗਲ ਦਾ ਹੀ ਸਫ਼ਰ ਆ ਜਿੱਥੇ ਕੇਅਰਫੁਲ ਰਹਿਣ ਦੀ ਲੋੜ ਆ। ਉਹ ਥੋੜਾ ਜਿਹਾ ਅਗਰ ਤੁਸੀਂ ਸਾਂਭ ਗਏ ਤੇ ਜਦੋਂ ਆਪਾਂ ਚੜਾਈ ਚੜਦੇ ਨਾ ਜ਼ੋਰ ਜ਼ਰੂਰ ਲੱਗਦਾ ਵਾ। ਪਹਾੜ ਤੇ ਚੜਦੇ ਆ, ਜੋ ਪਹਾੜ ਤੇ ਚੜ ਜਾਂਦੇ ਆ ਫਿਰ ਜਾ ਕੇ ਤਾਜ਼ੀ ਹਵਾ ਉੱਥੇ ਖਾਂਦੇ ਆ। ਹਾਲੇਲੂਇਆ। ਮੇਰਾ ਪਰਮੇਸ਼ਰ ਤੁਹਾਨੂੰ ਹਰੇ ਹਰੇ ਘਾਹ ਦੀਆਂ ਵਾਦੀਆਂ ਵਿੱਚ ਚਰਾਵੇ, ਉਹ ਤੁਹਾਨੂੰ ਸੁਖਦਾਇਕ ਪਾਣੀਆਂ ਕੋਲ ਲੈ ਕੇ ਜਾਵੇ, ਤੁਹਾਡੀ ਜਾਨ ਦੇ ਵਿੱਚ ਜਾਨ ਪਾਵੇ। ਆਮੀਨ।